ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਤੋਂ। ਸ਼ੁਰੂ ਕਰਾਂਗੇ ਅਸੀਂ ਫੈਡਰਲ ਗਵਰਨਮੈਂਟ ਦਾ ਜੋ ਪੇਸ਼ ਕੀਤਾ ਹੋਇਆ ਬਜਟ ਹੈ। ਮਾਰਕਾਨੀ ਸਰਕਾਰ ਦਾ ਪਹਿਲਾ ਜੋ ਉਹਨਾਂ ਨੇ ਬਜਟ ਪੇਸ਼ ਕੀਤਾ ਇਸ ਟਾਈਮ ਹੋਰ ਪ੍ਰੋਬਲਮਸ ਦੇ ਵਿੱਚ ਆ ਚੁੱਕਿਆ ਹੋਇਆ। ਇੱਕ ਤਾਂ ਵੱਡੀ ਪ੍ਰੋਬਲਮ 17 ਤਰੀਕ ਆ ਸਕਦੀ ਹੈ ਜਦੋਂ ਕੌਨਫੀਡੈਂਸ ਵੋਟ ਹੋਏਗਾ, ਬਟ ਉਸ ਤੋਂ ਪਹਿਲਾਂ PBO ਯਾਨੀ ਕਿ ਪਾਰਲੀਮੈਂਟਰੀ ਬਜਟ ਆਫਿਸਰ ਜੋ ਕਿ ਇਸ ਟਾਈਮ ਇੰਟਰਿਮ ਤੇ ਜੇਸਨ ਜੈਕਵਿਸ ਨੇ, ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਹਿਸਾਬ ਨਾਲ 2025 ਦਾ ਮਾਰਕਾਨੀ ਹੋਣਾ ਦਾ ਪੇਸ਼ ਕੀਤਾ ਹੋਇਆ ਬਜਟ ਅਨਰੀਅਲਿਸਟਿਕ ਟਾਰਗੇਟਸ ਨਾਲ ਭਰਿਆ ਹੋਇਆ, ਜਿਸ ਦੇ ਹਿਸਾਬ ਨਾਲ ਜੇ ਇਹ ਬਜਟ ਪਾਸ ਹੁੰਦਾ ਹੈ, ਜੇ ਇਹ ਬਜਟ ਇੰਪਲੀਮੈਂਟ ਹੋਣਾ ਸ਼ੁਰੂ ਹੁੰਦਾ ਹੈ ਤਾਂ ਬਹੁਤ ਹੀ ਘੱਟ ਚਾਂਸਸ ਨੇ ਕਿ ਟੈਕਸ ਕੱਟਸ ਸਾਨੂੰ ਦੇਖਣ ਨੂੰ ਮਿਲਣਗੇ, ਜਿਹਦਾ ਮਤਲਬ ਇਹ ਹੈ ਕਿ ਸ਼ਾਇਦ ਇਹ ਲੌਂਗਰ ਟਰਮ ਦੇ ਵਿੱਚ ਇਫੈਕਟਿਵ ਬਜਟ ਹੋ ਸਕਦਾ, ਲੇਕਿਨ ਇਮੀਡੀਏਟ ਇਫੈਕਟ ਦੇ ਵਿੱਚ ਆਮ ਲੋਕਾਂ ਨੂੰ ਇਹਦਾ ਜ਼ਿਆਦਾ ਬੈਨੀਫਿਟ ਦੇਖਣ ਨੂੰ ਨਹੀਂ ਮਿਲ ਸਕਦਾ। ਗਵਰਨਮੈਂਟ ਦਾ ਕਲੇਮ ਹੈ ਕਿ ਨਵਾਂ ਬਜਟ ਆਪਰੇਟਿੰਗ ਬਜਟ ਨੂੰ ਸਰਕਾਰ ਦੇ ਬੈਲੈਂਸ ਕਰ ਦੇਗਾ ਵਿਦਿਨ 3 years, ਲੇਕਿਨ PBO ਦਾ ਇਸ ਟਾਈਮ ਇੰਟਰਿਮ PBO ਜੇਸਨ ਜੈਕਵਿਸ ਹੋਣਾ ਦਾ ਕਹਿਣਾ ਹੈ ਕਿ ਇਹ ਨਹੀਂ ਹੋ ਸਕਦਾ ਇਸ ਟਾਈਮ ਜੋ ਸਾਡੀ ਗਰੋਥ ਚੱਲ ਰਹੀ ਹੈ ਉਸ ਹਿਸਾਬ ਨਾਲ। PBO ਦਾ ਕਹਿਣਾ ਹੈ ਸਿਰਫ 7.5% ਚਾਂਸਸ ਨੇ ਕਿ ਡੈਫਿਸਿਟ ਟੂ GDP ਰੇਸ਼ੀਓ 2026-27 ਤੋਂ ਲੈ ਕੇ 2029-30 ਤੱਕ ਫਾਲ ਕਰੇਗਾ, ਜਿਹਦਾ ਮਤਲਬ ਇਹ ਹੈ ਕਿ ਸਾਡਾ ਡੈਫਿਸਿਟ ਹੋਰ ਜ਼ਿਆਦਾ ਇੰਕਰੀਜ਼ ਹੀ ਹੋਏਗਾ, ਘਟੇਗਾ ਨਹੀਂ। ਇਹਦੇ ਚਾਂਸਸ ਬਹੁਤ ਹੀ ਘੱਟ ਨੇ, ਸਿਰਫ 7.5%। ਇਸ ਤੋਂ ਇਲਾਵਾ PBO ਦਾ ਇਹ ਵੀ ਕਹਿਣਾ ਕਿ ਨਵਾਂ ਬਜਟ ਆਪਰੇਸ਼ਨਲ ਐਂਡ ਕੈਪੀਟਲ ਸਪੈਂਡਿੰਗ ਨੂੰ ਸਹੀ ਤਰੀਕੇ ਨਾਲ ਡਿਵਾਈਡ ਨਹੀਂ ਕਰ ਰਿਹਾ, ਜਿਹਦਾ ਮਤਲਬ ਇਹ ਹੈ ਕਿ ਸਪੈਂਡਿੰਗ ਨੂੰ ਸਹੀ ਕਲੈਰਿਟੀ ਦੇ ਨਾਲ ਸਰਕਾਰ ਨੇ ਨਹੀਂ ਪੇਸ਼ ਕੀਤਾ। PBO ਦਾ ਕਹਿਣਾ ਕਿ ਗਵਰਨਮੈਂਟ ਨੇ ਕਾਰਪੋਰੇਟ ਐਂਡ ਇਨਵੈਸਟਮੈਂਟ ਟੈਕਸ ਕ੍ਰੈਡਿਟਸ ਵਰਗੀ ਜੋ ਆਈਟਮਸ ਨੇ ਉਹਨਾਂ ਨੂੰ ਅੰਡਰ ਕੈਪੀਟਲ ਐਕਸਪੈਂਸ ਪੇਸ਼ ਕੀਤਾ, ਜੋ ਕਿ UK ਦੇ ਰੂਲਸ ਦੇ ਹਿਸਾਬ ਨਾਲ ਤਾਂ ਅਲਾਉਡ ਹੀ ਨਹੀਂ ਹੈ। ਐਂਡ ਬਜਟ ਪੇਸ਼ ਕਰਦੇ ਹੋਏ ਇਹ ਕਿਹਾ ਜਾ ਰਿਹਾ ਸੀ ਕਿ UK ਦੇ ਮਾਡਲ ਨੂੰ ਇਨਸਪੀਰੇਸ਼ਨ ਲੈਂਦੇ ਹੋਏ ਇਹ ਬਜਟ ਪੇਸ਼ ਕੀਤਾ ਗਿਆ, ਸੋ ਜੋ ਕਿ ਅਗੇਨ ਇੱਕ ਗਲਤ ਚੀਜ਼ ਪੇਸ਼ ਹੋਈ ਹੈ। PBO ਨੇ ਰეკਮੈਂਡ ਕੀਤਾ ਹੈ ਕਿ ਇੱਕ ਇੰਡੀਪੈਂਡੈਂਟ ਐਕਸਪਰਟ ਬਾਡੀ ਹਾਇਰ ਕਰਨੀ ਚਾਹੀਦੀ ਹੈ ਜੋ ਕਿ ਕੈਪੀਟਲ ਐਂਡ ਆਪਰੇਸ਼ਨਲ ਐਕਸਪੈਂਸਿਸ ਨੂੰ ਸਹੀ ਤਰੀਕੇ ਨਾਲ ਡਿਫਾਈਨ ਕਰੇ ਤਾਂ ਕਿ ਸਾਨੂੰ ਬਜਟ ਦੇ ਐਕਸਪੈਂਸਿਸ ਦੀ ਹੋਰ ਜ਼ਿਆਦਾ ਕਲੈਰਿਟੀ ਮਿਲ ਸਕੇ। ਸਰਕਾਰ ਦਾ ਹੁਣ ਤੱਕ ਇਹ ਪਲਾਨ ਸੀ ਕਿ ਡੈਟ ਟੂ GDP ਰੇਸ਼ੀਓ ਡਿਕਲਾਈਨ ਹੋਣਾ ਚਾਹੀਦਾ ਵਿਦ ਟਾਈਮ, ਜਿਹਦਾ ਮਤਲਬ ਇਹ ਹੈ ਕਿ ਜਿੰਨਾ ਕਰਜ਼ਾ ਲਿਆ ਐਂਡ ਜਿੰਨੀ ਕਮਾਈ ਹੈ ਸਰਕਾਰ ਦੀ ਉਹ ਵਿਦ ਟਾਈਮ ਬੈਟਰ ਹੋਣੀ ਚਾਹੀਦੀ, ਯਾਨੀ ਕਿ ਕਮਾਈ ਕਰਜ਼ੇ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਰੇਸ਼ੀਓ ਬੈਟਰ ਹੋਣਾ ਚਾਹੀਦਾ, ਡਿਕਲਾਈਨ ਹੁੰਦਾ ਜਾਣਾ ਚਾਹੀਦਾ ਡੈਟ ਸਾਡਾ। ਲੇਕਿਨ ਨਵਾਂ ਬਜਟ ਕਹਿ ਰਿਹਾ ਹੈ ਕਿ ਡੈਟ ਟੂ GDP ਰੇਸ਼ੀਓ ਅਗਲੇ 30 ਸਾਲ ਤੱਕ ਮੋਸਟਲੀ ਸਟੇਬਲ ਰਹੇਗਾ, ਜੋ ਕਿ ਪਹਿਲਾਂ ਦੇ ਪ੍ਰੋਮਿਸ ਡਾਊਨਵਰਡ ਡੈਟ ਟ੍ਰੈਜੈਕਟਰੀ ਨੂੰ ਬਿਲਕੁਲ ਹੀ ਨਕਾਰ ਦਿੰਦਾ ਹੈ, ਉਹਦੇ ਤੋਂ ਬਿਲਕੁਲ ਅਲੱਗ ਹੈ। ਸੋ ਅਗੇਨ ਇੱਕ ਹੋਰ ਚੀਜ਼ ਜੋ ਕਿ ਸਰਕਾਰ ਆਪਣੇ ਪੁਰਾਣੇ ਵਾਅਦੇ ਤੋਂ ਡਿਫਰੈਂਟ ਕਰ ਰਹੀ ਹੈ। ਇਹ PBO ਦੀ ਕੁਝ ਨਵੀਂ ਆਈ ਰਿਪੋਰਟ ਦੇ ਵਿੱਚ ਆਬਜ਼ਰਵੇਸ਼ਨਸ ਨੇ ਇਸ ਬਜਟ ਨੂੰ ਲੈ ਕੇ। ਐਵਰੇਜ ਪ੍ਰੋਜੈਕਟਡ ਡੈਫਿਸਿਟਸ 2025-26 ਤੋਂ ਲੈ ਕੇ 2029-30 ਤੱਕ ਡਬਲ ਹੋ ਜਾਣਗੀਆਂ 64.3 ਬਿਲੀਅਨ ਐਨੂਅਲੀ, ਜੋ ਕਿ ਪਿਛਲੇ ਸਾਲ ਦੀ ਪ੍ਰੋਜੈਕਸ਼ਨਸ ਤੋਂ ਅਗੇਨ ਡਬਲ ਹੈ। ਸੋ ਅਸੀਂ ਇਮੈਜਿਨ ਕਰ ਸਕਦੇ ਕਿ ਡੈਫਿਸਿਟ ਹੋਰ ਜ਼ਿਆਦਾ ਸਾਨੂੰ ਦੇਖਣ ਨੂੰ ਮਿਲੇਗਾ। ਤੇ PBO ਦਾ ਇਹ ਵੀ ਕਹਿਣਾ ਹੈ ਕਿ ਜ਼ਿਆਦਾ ਆਪਰੇਟਿੰਗ ਜੋ ਸਪੈਂਡ ਹੈ ਉਹ ਹੋਰ ਜ਼ਿਆਦਾ ਲਾਇਬਿਲਿਟੀਜ਼ ਸਰਕਾਰ ਤੇ ਵਧਾ ਸਕਦਾ ਹੈ। PBO ਦਾ ਕਹਿਣਾ ਹੈ ਕਿ ਨਵੇਂ ਬਜਟ ਦਾ ਜੋ ਪਲਾਨ ਹੈ ਉਹ ਲੌਂਗ ਟਰਮ ਦੇ ਵਿੱਚ ਸਸਟੇਨੇਬਲ ਜ਼ਰੂਰ ਹੋ ਸਕਦਾ ਹੈ, ਲੇਕਿਨ ਫਿਲਹਾਲ ਟੈਕਸਿਸ ਕੱਟ ਕਰਨ ਦੇ ਲਈ ਜਾਂ ਫਿਰ ਆਮ ਲੋਕਾਂ ਦੇ ਬੇਸਿਕ ਖਰਚਿਆਂ ਨੂੰ ਘਟਾਉਣ ਦੇ ਲਈ ਜਾਂ ਡੈਟ ਨੂੰ ਘਟਾਉਣ ਦੇ ਲਈ ਇਸ ਟਾਈਮ ਬਿਲਕੁਲ ਵੀ ਇਫੈਕਟਿਵ ਨਹੀਂ ਹੈ। ਓਟਵਾ ਕੋਲ ਬਹੁਤ ਘੱਟ ਰੂਮ ਹੈ ਇਸ ਚੀਜ਼ ਨੂੰ ਪੂਰਾ ਕਰਨ ਦੇ ਲਈ। ਇਸ ਟਾਈਮ ਜੇ ਪੋਲੀਟੀਕਲੀ ਅਸੀਂ ਦੇਖੀਏ ਤਾਂ ਬਜਟ ਵੈਸੇ ਵੀ ਬਹੁਤ ਖਤਰੇ ਦੇ ਵਿੱਚ ਹੈ। ਮੰਡੇ ਨੂੰ ਵੋਟ ਹੈ, NDP ਹਾਲੇ ਤੱਕ ਅਨਡਿਸਾਈਡਡ ਹੈ, ਕੋਈ ਵੀ ਕਲੈਰਿਟੀ NDP ਦੇ ਵੱਲੋਂ ਨਹੀਂ ਦਿੱਤੀ ਗਈ ਹੈ। ਸਪੋਰਟ ਕਰ ਸਕਦੇ ਆ, ਅਪੋਜ਼ ਵੀ ਕਰ ਸਕਦੇ ਆ, ਐਬਸਟੇਨ ਵੀ ਕਰ ਸਕਦੇ ਆ ਵੋਟਿੰਗ 'ਚੋਂ। 7 ਵੋਟ ਨੇ NDP ਕੋਲ, ਜੋ ਕਿ ਕਾਫੀ ਜ਼ਿਆਦਾ ਇਸ ਟਾਈਮ ਮੈਟਰ ਕਰਦੇ ਨੇ। ਬਲੌਕ ਨੇ ਕਲੀਅਰ ਕਰ ਦਿੱਤਾ ਕਿ ਉਹ ਇਸ ਬਜਟ ਦੇ ਅਗੇਂਸਟ ਵੋਟ ਕਰਨਗੇ। ਕੰਜ਼ਰਵੇਟਿਵਸ ਨੇ ਹਾਲੇ ਤੱਕ ਕੋਈ ਕਲੀਅਰ ਸਟੇਟਮੈਂਟ ਨਹੀਂ ਦਿੱਤੀ ਹੈ, ਬਟ ਵੀ ਆਲ ਨੋ ਕਿ ਕੰਜ਼ਰਵੇਟਿਵਸ ਅਗੇਂਸਟ ਹੀ ਵੋਟ ਕਰਨਗੇ। ਗ੍ਰੀਨ ਪਾਰਟੀ ਨੇ ਕਿਹਾ ਕਿ ਉਹ ਵੋਟ ਖਿਲਾਫ ਕਰ ਸਕਦੇ ਆ
ਜੇ ਕਲਾਈਮੇਟ ਮੈਜਰਸ ਨੂੰ ਠੀਕ ਨਹੀਂ ਕੀਤਾ ਜਾਂਦਾ, ਜੋ ਕਿ ਨਹੀਂ ਸਾਫ਼ ਨਜ਼ਰ ਆ ਰਿਹਾ ਕਿਉਂਕਿ ਜੋ ਬਜਟ ਦੇ ਵਿੱਚ ਪ੍ਰਪੋਜ਼ਲਸ ਨੇ ਕਾਫੀ ਜ਼ਿਆਦਾ ਫੈਕਟਰੀਜ਼ ਐਂਡ ਇੰਡਸਟਰੀਜ਼ ਦੇ ਪ੍ਰਪੋਜ਼ਲਸ ਨੇ ਜੋ ਕਿ ਕਲਾਈਮੇਟ ਦੇ ਜੋ ਗ੍ਰੀਨ ਪਾਰਟੀ ਦਾ ਫੋਕਸ ਹੈ ਉਹਦੇ ਅਗੇਂਸਟ ਜਾਂਦੇ ਆ। ਫਾਈਨੈਂਸ ਮਿਨਿਸਟਰ ਨੇ ਪੀਬੀਓ ਦੇ ਜੋ ਆਬਜ਼ਰਵੇਸ਼ਨ ਹੈ ਉਸ ਨੂੰ ਦੇਖਦੇ ਹੋਏ ਰਿਸਪੌਂਸ ਵੀ ਦਿੱਤਾ ਹੈ। ਫਾਈਨੈਂਸ ਮਿਨਿਸਟਰ ਦੇ ਆਫਿਸ ਨੇ ਕਿਹਾ ਹੈ ਕਿ ਇਹ ਕਾਫੀ ਨੈਰੋ ਆਊਟਲੁੱਕ ਹੈ, ਯਾਨੀ ਕਿ ਬੜੇ ਹੀ ਛੋਟੇ ਲੈਵਲ ਤੇ ਇਸ ਬਜਟ ਨੂੰ ਦੇਖਿਆ ਜਾ ਰਿਹਾ। ਲੌਂਗ ਟਰਮ ਪ੍ਰੋਡਕਟਿਵਿਟੀ ਐਂਡ ਗਰੋਥ ਬੈਨੀਫਿਟਸ ਨੂੰ ਹੱਲੇ ਨਹੀਂ ਦੇਖਿਆ ਜਾ ਰਿਹਾ। ਜੇ ਉਹ ਦੇਖੋਗੇ ਤਾਂ ਇਹ ਬਜਟ ਸਹੀ ਹੈ ਐਂਡ ਬੈਨੀਫੀਸ਼ੀਅਲ ਹੋਏਗਾ। ਸਰਕਾਰ ਦਾ ਅਗੇਨ ਉਹੀ ਚੀਜ਼ ਤੇ ਇਨਸਿਸਟ ਕਰ ਰਹੀ ਹੈ ਸਰਕਾਰ ਕਿ ਇਹ ਲੌਂਗ ਟਰਮ ਪਲਾਨ ਹੈ ਐਂਡ ਲੌਂਗ ਟਰਮ ਦੇ ਵਿੱਚ ਸਸਟੇਨੇਬਲ ਹੋਏਗਾ, ਸ਼ਾਰਟ ਟਰਮ ਦੇ ਤੌਰ ਤੇ ਇਸ ਨੂੰ ਨਹੀਂ ਦੇਖਿਆ ਜਾਏ। ਬਟ ਦੀ ਓਨਲੀ ਪ੍ਰੋਬਲਮ ਇਜ਼ ਕਿ ਇਸ ਟਾਈਮ ਜਿੰਨੀ ਜ਼ਿਆਦਾ ਪ੍ਰੋਬਲਮਸ ਕੈਨੇਡਾ ਦੇ ਵਿੱਚ ਹੋ ਚੁੱਕੀਆਂ ਨੇ, ਜਿੰਨੇ ਇਕੋਨਮੀ ਨੂੰ ਲੈ ਕੇ ਸਾਡੀ ਪ੍ਰੋਬਲਮਸ ਵਧੀਆਂ ਹੋਈਆਂ ਨੇ, ਉਹ ਠੀਕ ਕਰਨ ਦੇ ਲਈ ਇਮੀਡੀਏਟ ਇਫੈਕਟ ਤੇ ਵੀ ਸਾਨੂੰ ਕੋਈ ਨਾ ਕੋਈ ਸੋਲਿਊਸ਼ਨਸ ਚਾਹੀਦੇ ਆ, ਜਿਹਦਾ ਕੋਈ ਵੀ ਕਲੀਅਰ ਸੋਲਿਊਸ਼ਨ ਇਸ ਬਜਟ ਦੇ ਵਿੱਚ ਨਹੀਂ ਹੈ। ਡੈਫੀਨਿਟਲੀ ਲੌਂਗ ਟਰਮ ਦੇ ਵਿੱਚ ਸੁਣਨ ਨੂੰ ਬਹੁਤ ਵਧੀਆ ਲੱਗਦੇ ਆ, ਬਟ ਔਨ ਪੇਪਰ ਸ਼ਾਰਟ ਟਰਮ ਦੇ ਵਿੱਚ ਜਲਦੀ ਸਾਨੂੰ ਚੇਂਜਸ ਦੇਖਣ ਨੂੰ ਨਹੀਂ ਮਿਲਣਗੇ। ਡਗ ਫੋਰਡ ਉਹਨਾਂ ਦੀ ਸਰਕਾਰ $2.5 ਬਿਲੀਅਨ ਦੇ ਸਕੈਮ ਦੇ ਘੇਰੇ ਦੇ ਵਿੱਚ ਫਸਦੀ ਜਾ ਰਹੀ ਹੈ। ਕੀ ਹੈ ਸਕੈਮ? ਗੱਲ ਕਰਦੇ ਹਾਂ ਇਹਦੀ। ਓਨਟਾਰੀਓ ਸਕਿੱਲ ਡਿਵੈਲਪਮੈਂਟ ਫੰਡ, ਇਹ ਉਹ ਫੰਡ ਹੈ ਜੋ ਕਿ ਕੁਝ ਯੂਨੀਅਨਸ, ਕੁਝ ਕੰਪਨੀਜ਼ ਨੂੰ ਅਲੱਗ-ਅਲੱਗ ਠੇਕਿਆਂ ਦੇ ਲਈ ਦਿੱਤਾ ਗਿਆ, ਅਲੱਗ-ਅਲੱਗ ਕੰਮਾਂ ਦੇ ਲਈ ਦਿੱਤਾ ਗਿਆ, ਜੋ ਕਿ ਪਬਲਿਕ ਦਾ ਪੈਸਾ ਹੈ, ਪਬਲਿਕ ਵੈਲਫੇਅਰ ਲਈ ਦਿੱਤਾ ਗਿਆ। ਲੇਕਿਨ ਇਸ ਫੰਡ ਨੂੰ ਐਲੋਕੇਟ ਕਰਨ ਦਾ ਤਰੀਕਾ ਜੋ ਹੈ ਉਹ ਇਸ ਟਾਈਮ ਕਾਫੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਨਜ਼ਰ ਆ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਫੰਡ ਦਿੱਤਾ ਗਿਆ ਇਹਨਾਂ ਯੂਨੀਅਨਸ ਨੂੰ, ਇਹਨਾਂ ਕੰਪਨੀਜ਼ ਨੂੰ, ਉਹ ਕੋਈ ਬਹੁਤ ਜ਼ਿਆਦਾ ਕਲੀਨ ਤਰੀਕਾ ਨਹੀਂ ਹੈ। ਇੱਕ ਇੰਟਰਨਲ ਡੇਟਾ ਇਸ ਟਾਈਮ ਕੁਝ ਲੀਕ ਹੋਇਆ ਜੋ ਕਿ 2-4 ਨਿਊਜ਼ ਏਜੰਸੀਜ਼ ਇਸ ਟਾਈਮ ਇਨਵੈਸਟੀਗੇਸ਼ਨ ਦੇ ਤੌਰ ਤੇ ਕੱਢ ਰਹੀਆਂ ਨੇ। ਪ੍ਰੋਪਰ ਆਫੀਸ਼ੀਅਲ ਗਵਰਨਮੈਂਟ ਦੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਹੈ, ਲੇਕਿਨ ਕੁਝ ਸੀਕ੍ਰੇਟ ਇੰਟਰਨਲ ਡੇਟਾ ਇਹ ਦੱਸ ਰਿਹਾ ਕਿ ਓਨਟਾਰੀਓ ਸਕਿੱਲ ਡਿਵੈਲਪਮੈਂਟ ਫੰਡ ਜੋ ਕਿ $2.5 ਬਿਲੀਅਨ ਦਾ ਟੋਟਲ ਫੰਡ ਹੈ, ਉਹਦੇ ਵਿੱਚ ਕਈ ਮਿਲੀਅਨ ਡਾਲਰ ਲੋ ਰੇਟਡ ਐਂਡ ਹਾਈ ਰਿਸਕ ਪ੍ਰਪੋਜ਼ਲਸ ਨੂੰ ਦਿੱਤਾ ਗਿਆ, ਜਿਹਦਾ ਇਹ ਮਤਲਬ ਹੈ ਉਹਨਾਂ ਕੰਪਨੀਜ਼ ਜਾਂ ਉਹਨਾਂ ਯੂਨੀਅਨਸ ਜਾਂ ਉਹਨਾਂ ਗਰੁੱਪਸ ਜਾਂ ਉਹਨਾਂ ਲੋਕਾਂ ਨੂੰ ਇਹ ਫੰਡ ਦਿੱਤਾ ਗਿਆ ਜੋ ਕਿ ਕੰਪੈਟੀਟਿਵ ਨਹੀਂ ਸੀ, ਜਿਨ੍ਹਾਂ ਕੋਲ ਇਹਨਾਂ ਐਕਸਪੀਰੀਅੰਸ ਨਹੀਂ ਸੀ ਕੰਮ ਦਾ, ਜੋ ਸ਼ਾਇਦ ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੇ ਬੈਸਟ ਕੈਂਡੀਡੇਟ ਨਹੀਂ ਸੀ, ਬਟ ਫਿਰ ਵੀ ਉਹਨਾਂ ਨੂੰ ਇਹ ਇੰਨੀ ਹਾਈ ਅਮਾਊਂਟ ਦਾ ਫੰਡ ਦਿੱਤਾ ਗਿਆ। ਇਹ ਫੰਡ ਦੇਣ ਦੇ ਪਿੱਛੇ ਕੀ ਰੀਜ਼ਨਸ ਨੇ? ਡਗ ਫੋਰਡ ਦੇ ਨਾਲ ਨਜ਼ਦੀਕੀ, ਬਾਕੀ ਦੇ ਮਿਨਿਸਟਰਸ ਦੇ ਨਾਲ ਨਜ਼ਦੀਕੀ, ਕੋਈ ਪ੍ਰਾਈਵੇਟ, ਕੋਈ ਪਰਸਨਲ ਬੈਨੀਫਿਟ ਦੇ ਲਈ ਫੰਡ ਦਿੱਤੇ ਗਏ ਆ। ਐਗਜ਼ੈਕਟਲੀ ਕੀ ਰੀਜ਼ਨ ਹੈ, ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਐਂਡ ਆਮ ਸ਼ੋਰ ਕੁਝ ਨਾ ਕੁਝ ਖੁਲਾਸੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਹੋਣਗੇ। $36.6 ਮਿਲੀਅਨ ਦੇ ਫੰਡਸ ਉਹਨਾਂ ਐਪਲੀਕੈਂਟਸ ਨੂੰ ਦਿੱਤੇ ਗਏ ਜਿਨ੍ਹਾਂ ਦਾ ਸਕੋਰ 50% ਤੋਂ ਵੀ ਘੱਟ ਸੀ। 26 ਲੋ ਸਕੋਰਿੰਗ ਪ੍ਰਪੋਜ਼ਲਸ, 50% ਤੋਂ ਵੀ ਘੱਟ ਪ੍ਰਪੋਜ਼ਲਸ ਨੂੰ ਫੰਡਿੰਗ ਓਨਟਾਰੀਓ ਸਰਕਾਰ ਵੱਲੋਂ ਦਿੱਤੀ ਗਈ, ਜਿਹਦੇ ਵਿੱਚ ਸਭ ਤੋਂ ਵੱਡਾ ਸੀ ਕਾਰਪੈਂਟਰਸ ਡਿਸਟ੍ਰਿਕਟ ਕਾਉਂਸਲ, ਜਿਨ੍ਹਾਂ ਦਾ ਸਕੋਰ 52% ਸੀ, ਲੇਕਿਨ ਫਿਰ ਵੀ ਉਹਨਾਂ ਨੂੰ $14 ਮਿਲੀਅਨ ਦੀ ਫੰਡਿੰਗ ਦਿੱਤੀ ਗਈ। ਇਹ ਉਹ ਪ੍ਰਪੋਜ਼ਲਸ ਨੇ ਜੋ ਕਿ ਕਾਫੀ ਜ਼ਿਆਦਾ ਸਿਵਲ ਸਰਵੈਂਟਸ ਨੇ ਫਲੈਗ ਵੀ ਕੀਤੇ ਸੀ। ਉਹਨਾਂ ਨੇ ਕਿਹਾ ਵੀ ਸੀ ਕਿ ਇਹਨਾਂ ਦੇ ਵਿੱਚ ਜਾਂ ਤਾਂ ਬਜਟਸ ਮਿਸਿੰਗ ਨੇ, ਇਹਨਾਂ ਦੇ ਪਲਾਨਸ ਕਲੀਅਰ ਨਹੀਂ ਹੈ, ਜਾਂ ਫਿਰ ਕਾਫੀ ਹਾਈ ਰਿਸਕ ਪ੍ਰਪੋਜ਼ਲਸ ਨੇ, ਯਾਨੀ ਕਿ ਉਹ ਪ੍ਰਪੋਜ਼ਲਸ ਜੋ ਕਿ ਸ਼ਾਇਦ ਸਰਕਾਰ ਨੂੰ ਜਾਂ ਪਬਲਿਕ ਨੂੰ ਜ਼ਿਆਦਾ ਬੈਨੀਫਿਟ ਨਾ ਦੇਣ ਤਾਂ ਵੀ ਉਹਨਾਂ ਨੂੰ ਪੈਸੇ ਦਿੱਤੇ ਗਏ ਸਰਕਾਰ ਦੇ ਵੱਲੋਂ। ਕੋਈ ਵੀ ਫੰਡਿੰਗ ਜਦੋਂ ਓਨਟਾਰੀਓ ਦੀ ਗਵਰਨਮੈਂਟ ਦਿੰਦੀ ਹੈ ਤੇ ਜੇ $5 ਮਿਲੀਅਨ ਤੋਂ ਉੱਪਰ ਦੀ ਫੰਡਿੰਗ ਹੈ ਤਾਂ ਉਹਦੇ ਲਈ ਲੇਬਰ ਮਿਨਿਸਟਰ ਦੇ ਪਰਸਨਲ ਸਿਗਨੇਚਰ, ਯਾਨੀ ਲੇਬਰ ਮਿਨਿਸਟਰ ਦੀ ਪਰਸਨਲ ਅਪਰੂਵਲ ਦੀ ਜ਼ਰੂਰਤ ਹੁੰਦੀ ਹੈ। ਡੇਵਿਡ ਪਿਚੀਨੀ ਜੋ ਕਿ ਲੇਬਰ ਮਿਨਿਸਟਰ ਨੇ, ਉਹਨਾਂ ਨੇ ਜੇ ਇਹਨਾਂ ਪ੍ਰਪੋਜ਼ਲਸ ਨੂੰ ਸਾਈਨ ਕੀਤਾ, ਅਲਾਓ ਕੀਤਾ, ਈਵਨ ਆਫਟਰ ਨੋਇੰਗ ਕਿ ਇਹ ਪ੍ਰਪੋਜ਼ਲਸ ਬਹੁਤ ਵੀਕ ਨੇ, ਇੰਨੇ ਚੰਗੇ ਨਹੀਂ ਹੈ ਪਬਲਿਕ ਲਈ, ਤਾਂ ਇਹਦੇ ਪਿੱਛੇ ਡੈਫੀਨਿਟਲੀ ਕੋਈ ਨਾ ਕੋਈ ਹੋਰ ਵੱਡਾ ਰੀਜ਼ਨ ਹੈ। ਜੋ ਮੇਜਰ ਯੂਨੀਅਨਸ ਜਿਨ੍ਹਾਂ ਨੂੰ ਇਹਨਾਂ ਵੱਡੀ ਗ੍ਰਾਂਟਸ ਤੋਂ ਫਾਇਦਾ ਹੋਇਆ, ਉਹਦੇ ਵਿੱਚ ਕਾਰਪੈਂਟਰਸ ਕਾਉਂਸਲ ਜੋ ਕਿ ਮੈਂ ਤੁਹਾਨੂੰ ਹੁਣੇ ਦੱਸਿਆ, IUOE ਲੋਕਲ 793 ਸ਼ਾਮਿਲ ਹੈ। ਇਹ ਉਹ
यूनियंस ने वो ग्रुप्स ने जिन्हां ने पब्लिकली ओपनली डग फोर्ड ਨੂੰ ਐਂਡੋਰਸ ਕੀਤਾ ਸੀ, ਸਪੋਰਟ ਕੀਤਾ ਸੀ ਲਾਸਟ ਇਲੈਕਸ਼ਨਸ ਦੇ ਵਿੱਚ। ਗਵਰਨਮੈਂਟ ਨੇ ਵੈਸੇ ਡਿਨਾਈ ਕਰ ਦਿੱਤਾ ਹੈ ਕਿ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਸਾਡਾ ਪਰਸਨਲ ਬੈਨੀਫਿਟ ਨਹੀਂ ਹੈ, ਸਿਰਫ ਪ੍ਰਪੋਜ਼ਲ ਜੋ ਸਾਨੂੰ ਬੈਸਟ ਲੱਗਿਆ ਉਸ ਹਿਸਾਬ ਨਾਲ ਦਿੱਤਾ ਗਿਆ। ਇਹਨਾਂ ਯੂਨੀਅਨਸ ਨੇ, ਇਹਨਾਂ ਗਰੁੱਪਸ ਨੇ ਵੀ ਡਿਨਾਈ ਕਰ ਦਿੱਤਾ ਕਿ ਸਾਡਾ ਕਿਸੇ ਵੀ ਤਰੀਕੇ ਦਾ ਪੋਲੀਟੀਕਲ ਲਿੰਕ ਨਹੀਂ ਹੈ, ਕੋਈ ਵੀ ਪੋਲੀਟੀਕਲ ਇਨਫਲੂਐਂਸ ਨਹੀਂ ਕ੍ਰੀਏਟ ਕੀਤਾ ਗਿਆ। ਤੇ ਆਪੋਜੀਸ਼ਨ ਇਸ ਟਾਈਮ ਅਕਿਊਜ਼ ਕਰ ਰਿਹਾ ਮਿਨਿਸਟਰਸ ਨੂੰ ਕਿ ਉਹਨਾਂ ਨੇ ਇਸ $2.5 ਬਿਲੀਅਨ ਦੇ ਫੰਡ ਨੂੰ ਆਪਣੇ ਫੇਵਰੇਟਸ 'ਚ ਵੰਡਣ ਦਾ ਕੰਮ ਕੀਤਾ ਐਂਡ ਇਹ ਟੈਕਨੀਕਲੀ ਇੱਕ ਸਕੈਮ ਬਣ ਚੁੱਕਿਆ। KE ਇਲੈਕਟ੍ਰੀਕਲ ਇੱਕ ਹੋਰ ਗਰੁੱਪ ਹੈ ਜਿਹਦਾ ਸਕੋਰ 40 ਹੈ, ਉਹਨਾਂ ਨੂੰ $2.7 ਮਿਲੀਅਨ ਦੀ ਗ੍ਰਾਂਟ ਮਿਲੀ ਹੈ। ਪੋਸਟ ਮੀਡੀਆ ਜਿਨ੍ਹਾਂ ਦਾ ਸਕੋਰ 41.68 ਹੈ, ਉਹਨਾਂ ਨੂੰ $1.04 ਮਿਲੀਅਨ ਦੀ ਗ੍ਰਾਂਟ ਮਿਲੀ ਹੈ AI ਟ੍ਰੇਨਿੰਗ ਦੇ ਲਈ, ਜਦਕਿ ਬਜਟ ਕਲੈਰਿਟੀ ਵੀ ਨਹੀਂ ਸੀ, AI ਦੇ ਲਈ ਇੰਨਾ ਬਜਟ ਨਹੀਂ ਵੀ ਸੀ, ਤਾਂ ਵੀ ਇੰਨੀ ਗ੍ਰਾਂਟ ਦਿੱਤੀ ਗਈ ਹੈ। ਸਕੂਟੀ ਮੋਬਿਲਿਟੀ ਜਿਨ੍ਹਾਂ ਦਾ ਸਕੋਰ 42 ਸੀ, ਉਹਨਾਂ ਨੂੰ ਵੀ $1 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ ਹੈ ਅਗੇਨ AI ਟ੍ਰੇਨਿੰਗ ਦੇ ਲਈ। ਸਕੂਟੀ ਮੋਬਿਲਿਟੀ ਦੀ ਰਿਪੋਰਟ ਦੇ ਵਿੱਚ ਇਹ ਪਤਾ ਲੱਗਿਆ ਕਿ ਇਹਨਾਂ ਕੋਲ ਨਾ ਤਾਂ ਕਿਸੇ ਵੀ ਟਾਈਪ ਦਾ AI ਟ੍ਰੇਨਿੰਗ ਦਾ ਐਕਸਪੀਰੀਅੰਸ ਸੀਗਾ, ਬਜਟਸ ਉਸ ਟਾਈਮ ਆਲਰੇਡੀ ਵੀਕ ਸੀਗੇ ਐਂਡ ਓਵਰਸਟੇਟਡ ਪਾਰਟਨਰਸ਼ਿਪਸ ਸ਼ੋ ਕੀਤੀਆਂ ਗਈਆਂ ਸੀ। ਸੋ ਯਾਨੀ ਕਿ ਪ੍ਰਪੋਜ਼ਲ ਟੋਟਲੀ ਆਊਟ ਆਫ ਪ੍ਰੋਪੋਰਸ਼ਨ ਸੀ, ਕਿਸੇ ਵੀ ਤਰੀਕੇ ਨਾਲ ਮੈਚ ਨਹੀਂ ਕਰਦਾ ਸੀ, ਤਾਂ ਵੀ $1 ਮਿਲੀਅਨ ਦੀ ਗ੍ਰਾਂਟ, $1 ਮਿਲੀਅਨ ਦੀ ਫੰਡਿੰਗ ਇਹਨਾਂ ਨੂੰ ਦਿੱਤੀ ਗਈ ਹੈ। ਲੇਬਰ ਮਿਨਿਸਟਰ ਦੇ ਆਫਿਸ ਵੱਲੋਂ ਸਟੇਟਮੈਂਟ ਇਹ ਆਈ ਹੈ ਕਿ ਸਿਵਲ ਸਰਵੈਂਟਸ ਕਿਸੇ ਵੀ ਟਾਈਪ ਦੀ ਰეკਮੈਂਡੇਸ਼ਨ ਨਹੀਂ ਦਿੰਦੇ, ਪ੍ਰੋਜੈਕਟਸ ਉਸੇ ਹਿਸਾਬ ਨਾਲ ਚੂਜ਼ ਕੀਤੇ ਜਾਂਦੇ ਜੋ ਗਵਰਨਮੈਂਟ ਦੀ ਪ੍ਰਾਇੋਰਟੀ ਹੁੰਦੀ ਹੈ ਉਸ ਹਿਸਾਬ ਨਾਲ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਫੰਡਸ ਦੇ ਨਾਲ 1 ਲੱਖ ਤੋਂ ਵੀ ਜ਼ਿਆਦਾ ਲਾਈਫ ਚੇਂਜਿੰਗ, ਇਹੀ ਵਰਡ ਯੂਜ਼ ਕੀਤਾ ਗਿਆ, ਲਾਈਫ ਚੇਂਜਿੰਗ ਜੌਬਸ ਕ੍ਰੀਏਟ ਕੀਤੀਆਂ ਗਈਆਂ ਨੇ ਓਵਰਆਲ ਪੂਰੇ ਓਨਟਾਰੀਓ ਦੇ ਵਿੱਚ। ਸੋ ਇਹਨਾਂ ਪ੍ਰਪੋਜ਼ਲਸ ਨੂੰ, ਇਸ ਫੰਡਿੰਗ ਨੂੰ ਇਸ ਟਾਈਮ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਟਲ ਇਸ ਪੂਰੇ ਫੰਡ ਦੇ ਵਿੱਚ 243 ਪ੍ਰੋਜੈਕਟਸ ਨੇ, ਜਿਹਦੇ ਵਿੱਚ 71 ਹਾਈ ਸਕੋਰਿੰਗ ਪ੍ਰਪੋਜ਼ਲਸ ਨੇ ਜਿਨ੍ਹਾਂ ਦਾ ਸਕੋਰ 73 ਤੋਂ ਲੈ ਕੇ 100 ਦੇ ਅੰਦਰ ਹੈ। 87 ਮੀਡੀਅਮ ਸਕੋਰਿੰਗ ਪ੍ਰਪੋਜ਼ਲਸ ਨੇ ਜਿਨ੍ਹਾਂ ਦਾ ਸਕੋਰ 63 ਤੋਂ ਲੈ ਕੇ 72 ਹੈ ਐਂਡ 85 ਲੋ ਸਕੋਰਿੰਗ ਪ੍ਰਪੋਜ਼ਲਸ ਨੇ ਜਿਨ੍ਹਾਂ ਦਾ ਸਕੋਰ 34 ਤੋਂ ਲੈ ਕੇ 62 ਹੈ। 3 ਪ੍ਰੋਜੈਕਟਸ ਉਹ ਨੇ ਜਿਨ੍ਹਾਂ ਦਾ ਸਕੋਰ 50% ਤੋਂ ਵੀ ਘੱਟ ਸੀ, ਜੋ ਕਿ ਸਕੂਲ ਕਾਲਜ ਦੇ ਵਿੱਚ ਫੇਲ ਵੀ ਮੰਨਿਆ ਜਾਂਦਾ ਹੈ, ਉਹਨਾਂ ਨੂੰ ਵੀ $1 ਮਿਲੀਅਨ ਤੋਂ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ। ਸੋ ਹੁਣ ਇਹ ਕਿਸ ਤਰੀਕੇ ਨਾਲ ਡਿਸਕਲੋਜ਼ ਹੁੰਦੀ ਹੈ, ਆਪੋਜੀਸ਼ਨ ਕਿੰਨਾ ਪ੍ਰੈਸ਼ਰ ਪਾਉਂਦੀ ਹੈ, ਕਿੰਨੀ ਜ਼ਿਆਦਾ ਮੀਡੀਆ ਇਸ ਨੂੰ ਕਵਰ ਕਰਦੀ ਹੈ, ਇਹ ਹੁਣ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ $2.5 ਬਿਲੀਅਨ ਦਾ ਫੰਡ ਇਸ ਤਰੀਕੇ ਨਾਲ ਡਿਸਟਰੀਬਿਊਟ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਇਹਦੇ ਵਿੱਚ ਮੈਂ ਨਹੀਂ ਕਹਿ ਰਿਹਾ ਕਿ ਸਾਰਾ ਦਾ ਸਾਰਾ ਫੰਡ ਖਰਾਬ ਪ੍ਰਪੋਜ਼ਲਸ ਨੂੰ, ਖਰਾਬ ਯੂਨੀਅਨਸ ਨੂੰ ਦਿੱਤਾ ਗਿਆ, ਕਾਫੀ ਜ਼ਿਆਦਾ ਗੁੱਡ ਵੀ ਹੈ, ਮੀਡੀਅਮ ਵੀ ਹੈ, ਐਵਰੇਜ ਵੀ ਹੈ, ਲੇਕਿਨ ਬਿਲੋ ਐਵਰੇਜ ਐਂਡ ਬੈਡ ਪ੍ਰਪੋਜ਼ਲਸ ਵੀ ਇਹਦੇ ਵਿੱਚ ਸ਼ਾਮਿਲ ਨੇ ਐਂਡ ਉਹਨਾਂ ਵਿੱਚੋਂ ਕਾਫੀ ਜ਼ਿਆਦਾ ਯੂਨੀਅਨਸ ਡਗ ਫੋਰਡ ਦੇ ਨਜ਼ਦੀਕੀ ਕੰਪਨੀਜ਼ ਨੇ। ਉਹਨਾਂ ਨੂੰ ਕਿਸ ਬੇਸਿਸ ਤੇ ਦਿੱਤਾ ਗਿਆ, ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪੂਰੇ GTA ਦੇ ਵਿੱਚ ਅਸੀਂ ਪਿਛਲੇ 1.5 ਸਾਲ ਤੋਂ ਕਾਫੀ ਜ਼ਿਆਦਾ ਹਾਊਸਿੰਗ ਪ੍ਰਾਈਸਿਸ ਡ੍ਰੌਪ ਹੁੰਦੇ ਦੇਖ ਰਹੇ ਹਾਂ। ਤੁਸੀਂ ਆਪ ਹੀ ਨੋਟਿਸ ਕਰ ਰਹੇ ਹੋ ਕਿ ਰੀਅਲ ਏਸਟੇਟ ਦੀ ਮਾਰਕੀਟ ਕਿਸ ਤਰੀਕੇ ਦੇ ਨਾਲ ਇਟ ਹੈਜ਼ ਸ਼ੇਕਨ ਅਪ ਲਾਈਕ ਐਨੀਥਿੰਗ ਇਨ ਦ ਲਾਸਟ 1.5 years। ਪ੍ਰਾਈਸਿਸ ਡ੍ਰੌਪ ਹੋ ਰਿਹਾ ਘਰਾਂ ਦੇ, ਇੰਟਰਸਟ ਰੇਟ ਡ੍ਰੌਪ ਹੋ ਚੁੱਕਿਆ ਹੋਇਆ ਕਾਫੀ, ਫਿਰ ਵੀ ਬਾਇਰ ਉਸ ਤਰੀਕੇ ਦੇ ਨਹੀਂ ਨਜ਼ਰ ਆ ਰਹੇ ਜਿੰਨੇ ਅੱਜ ਤੋਂ 4-5 ਸਾਲ ਪਹਿਲਾਂ ਨਜ਼ਰ ਆ ਰਹੇ ਸੀ। ਇਸ ਨੂੰ ਦੇਖਦੇ ਹੋਏ ਇਨਸਾਗਾ ਨੇ ਇੱਕ ਪੋਲ ਕੀਤਾ, ਉਸ ਪੋਲ ਨੂੰ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰੂੰਗਾ ਐਂਡ ਪੋਲ ਬੜਾ ਇੰਟਰਸਟਿੰਗ ਹੈ ਕਿਉਂਕਿ 80% ਓਨਟਾਰੀਅਨਸ ਇਸ ਟਾਈਮ ਵੀ ਨਵਾਂ ਘਰ ਲੈਣ ਤੋਂ ਡਰ ਰਹੇ ਨੇ, ਮਨਾ ਕਰ ਰਹੇ ਨੇ। ਇੰਨਾ ਇਨਸੈਂਟਿਵ, ਇੰਨੇ ਲੋ ਪ੍ਰਾਈਸਿਸ, ਇੰਨਾ ਲੋ ਇੰਟਰਸਟ ਰੇਟ, ਤਾਂ ਵੀ ਲੋਕੀ ਘਰ ਲੈਣ ਤੋਂ ਕਿਉਂ ਡਰ ਰਹੇ ਨੇ? ਜੇ ਅਸੀਂ ਕੁਝ ਨੰਬਰਸ ਦੀ ਵੀ ਗੱਲ ਕਰੀਏ ਤਾਂ GTA ਦਾ ਕੰਪੋਜ਼ਿਟ ਬੈਂਚਮਾਰਕ 5 years ਡਾਊਨ ਹੈ ਪਿਛਲੇ ਸਾਲ ਤੋਂ, ਮਤਲਬ ਈਅਰ ਔਨ ਈਅਰ ਅਕਤੂਬਰ 2024 ਤੋਂ ਜੋ 5% ਦਾ ਡ੍ਰੌਪ ਅਸੀਂ ਦੇਖ ਰਹੇ ਹਾਂ ਅਕਤੂਬਰ 2025 ਤੱਕ। ਐਵਰੇਜ ਸੈਲਿੰਗ ਪ੍ਰਾਈਸ 1.05 ਮਿਲੀਅਨ ਤੇ ਆ ਚੁੱਕਿਆ ਹੋਇਆ, ਜੋ ਕਿ 7.2% ਡਾਊਨ ਹੋ ਚੁੱਕਿਆ ਇੱਕ ਸਾਲ ਦੇ ਅੰਦਰ ਅੰਦਰ। ਬਟ ਫਿਰ ਵੀ ਫਸਟ ਟਾਈਮ ਹੋਮ ਬਾਇਰਸ ਲਈ ਇਟਸ ਇਨਸੇਨਲੀ ਹਾਈ, ਬਹੁਤ ਹੀ ਜ਼ਿਆਦਾ
ਹਾਈ ਪ੍ਰਾਈਸ ਹੈ। ਬੈਂਕ ਆਫ ਕੈਨੇਡਾ ਦਾ ਜੋ ਇੰਟਰਸਟ ਰੇਟ ਹੈ ਕੀ ਰੇਟ ਇਸ ਟਾਈਮ 2.25% ਤੇ ਚੱਲ ਰਿਹਾ ਐਂਡ ਪੋਸੀਬਲ ਹੈ ਕਿ 2026 ਦੇ ਫਰਸਟ ਕੁਆਰਟਰ ਦੇ ਵਿੱਚ ਇੱਕ ਹੋਰ ਸਾਨੂੰ ਕੱਟ ਦੇਖਣ ਨੂੰ ਮਿਲ ਜਾਏ। ਸੋ ਇਹਦਾ ਮਤਲਬ ਹੈ ਅਰਾਊਂਡ 2% ਕੀ ਰੇਟ ਆਉਣ ਤੋਂ ਬਾਅਦ ਵੀ ਲੋਕੀ ਡਰ ਕਿਉਂ ਰਹੇ ਆ। ਇਸ ਪੋਲ ਦੇ ਹਿਸਾਬ ਨਾਲ 77.19% ਲੋਕ ਇਹ ਕਹਿ ਰਹੇ ਕਿ ਇਸ ਟਾਈਮ ਉਹ ਕਾਰ ਖਰੀਦਣ ਬਾਰੇ ਸੋਚ ਹੀ ਨਹੀਂ ਰਹੇ ਐਂਡ ਚਾਹੇ ਲੋ ਰੇਟਸ ਨੇ, ਪ੍ਰਾਈਸ ਵੀ ਘੱਟ ਹੈ, ਇੰਟਰਸਟ ਰੇਟ ਵੀ ਘੱਟ ਹੈ, ਤਾਂ ਵੀ ਉਹ ਕੰਸੀਡਰ ਨਹੀਂ ਕਰ ਰਹੇ ਨਵਾਂ ਘਰ ਲੈਣ ਲਈ। 22.81% ਦਾ ਕਹਿਣਾ ਕਿ ਯੈਸ ਦੇ ਆਰ ਕੰਸੀਡਰਿੰਗ ਬਾਇੰਗ, ਸੋ ਦੇ ਆਰ ਔਨ ਅ ਲੁੱਕ ਆਊਟ ਫॉर ਬਾਇੰਗ ਅ ਨਿਊ ਹਾਊਸ। ਲੇਕਿਨ ਫਿਰ ਵੀ ਅਰਾਊਂਡ 80% ਲੋਕ ਕਿਉਂ ਨਹੀਂ ਲੈ ਰਹੇ? ਇਸ ਦੀ ਐਕਸਪਲੇਨੇਸ਼ਨ ਕੁਝ ਐਕਸਪਰਟਸ ਇਸ ਤਰੀਕੇ ਨਾਲ ਦੇ ਰਹੇ ਕਿ ਸਿਰਫ ਇਕੋਨਮੀ ਜਾਂ ਅਫੋਰਡੇਬਿਲਿਟੀ ਹੀ ਫੈਕਟਰ ਨਹੀਂ ਹੈ, ਇਸ ਤੋਂ ਇਲਾਵਾ ਇੱਕ ਸਾਈਕੋਲੋਜੀਕਲ ਫੈਕਟਰ ਵੀ ਬਣਿਆ ਹੋਇਆ ਜਿਹਦੇ ਕੁਝ ਖਾਸ ਰੀਜ਼ਨਸ ਨੇ। ਇੱਕ ਤਾਂ ਪੋਸਟ ਪੈਂਡੇਮਿਕ ਲਿਵਿੰਗ ਕਾਸਟ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਹੋਈ ਹੈ, ਤਾਂ ਲੋਕੀ ਡਰ ਰਹੇ ਆ ਕਿ ਕੀ ਅਸੀਂ ਘਰ ਲੈ ਕੇ ਫਸ ਨਾ ਜਾਈਏ। ਜੌਬ ਇਨਸਿਕਿਉਰਿਟੀ ਪੂਰੇ ਦੇ ਪੂਰੇ ਕੈਨੇਡਾ ਦੇ ਵਿੱਚ, ਖਾਸ ਕਰਕੇ ਓਨਟਾਰੀਓ ਐਂਡ GTA ਰੀਜਨ ਦੇ ਵਿੱਚ ਬਹੁਤ ਜ਼ਿਆਦਾ ਬਣੀ ਹੋਈ ਹੈ। ਟੈਰਿਫ ਦਾ ਥ੍ਰੈਟ ਲੋਕਾਂ ਦੀ ਸਾਈਕੋਲੋਜੀ ਤੇ ਬਹੁਤ ਜ਼ਿਆਦਾ ਇਸ ਟਾਈਮ ਇੰਪੈਕਟ ਪਾ ਚੁੱਕਿਆ ਹੋਇਆ। ਜਨਰਲ ਇੱਕ ਫੀਅਰ ਤਾਂ ਆਫਕੋਰਸ ਹੈ ਹੀ ਹੈ ਕਿ ਕੈਨੇਡਾ ਦਾ ਇਕਨੋਮਿਕ ਫਿਊਚਰ ਕੀ ਹੋਏਗਾ, ਕਿਉਂਕਿ ਜੇ US ਦੇ ਨਾਲ ਰਿਲੇਸ਼ਨਸ ਬੈਟਰ ਨਹੀਂ ਹੁੰਦੇ, ਬਾਕੀ ਦੀ ਕੰਟਰੀਜ਼ ਦੇ ਨਾਲ ਟ੍ਰੇਡ ਰਿਲੇਸ਼ਨਸ ਬੈਟਰ ਨਹੀਂ ਹੁੰਦੇ, ਜਿਹਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ, ਬਟ ਜੇ ਉਹ ਨਹੀਂ ਹੁੰਦੇ ਬਹੁਤ ਜਲਦ ਤਾਂ ਅਸੀਂ ਹੋਰ ਜ਼ਿਆਦਾ ਪ੍ਰੋਬਲਮ ਦੇ ਵਿੱਚ ਜਲਦ ਆ ਸਕਦੇ ਹਾਂ। ਐਂਡ ਯੰਗ ਕੈਨੇਡੀਅਨਸ ਦਾ ਐਕਚੁਅਲੀ ਇੱਕ ਬਹੁਤ ਵੱਡਾ ਚੰਕ ਹੈ ਜੋ ਕਿ ਉਸ 80% ਦੇ ਵਿੱਚ ਹੈ ਜੋ ਘਰ ਖਰੀਦਣ ਬਾਰੇ ਬਿਲਕੁਲ ਨਹੀਂ ਸੋਚ ਰਹੇ, ਕਿਉਂਕਿ ਉਹ ਇਸ ਟਾਈਮ ਬਹੁਤ ਜ਼ਿਆਦਾ ਕੌਸ਼ੀਅਸ ਨੇ, ਕਿਉਂਕਿ ਦੇ ਆਰ ਵੈਰੀ ਸਕੇਅਰਡ ਆਫ ਵਾਟਸ ਕਮਿੰਗ ਅਪ। ਫਿਊਚਰ ਦੇ ਲਈ ਬਹੁਤ ਜ਼ਿਆਦਾ ਸਕੇਅਰਡ ਨੇ ਕਿ ਕੈਨੇਡੀਅਨ ਇਕੋਨਮੀ ਦਾ ਇਸ ਟਾਈਮ ਫਿਊਚਰ ਕੀ ਹੋਏਗਾ। ਫਿਲਹਾਲ ਕੁਝ ਰੀਅਲ estate ਐਕਸਪਰਟਸ ਦਾ ਇਹੀ ਕਹਿਣਾ ਹੈ ਕਿ ਸਪ੍ਰਿੰਗ 2026 ਤੱਕ ਇੱਕ ਸਟਰੋਂਗਰ ਬਾਇਰ ਮਾਰਕੀਟ ਅਸੀਂ ਦੇਖ ਸਕਦੇ ਹਾਂ, ਜਿਹਦੇ ਵਿੱਚ ਜ਼ਿਆਦਾ ਬਾਇੰਗ ਰੀਅਲ estate ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਇਨਵੈਸਟਮੈਂਟ ਜ਼ਿਆਦਾ ਹੋ ਸਕਦੀ ਹੈ। ਬਟ ਉਦੋਂ ਤੱਕ ਰੀਅਲ estate ਐਕਸਪਰਟਸ ਵੀ ਕਾਫੀ ਇਸ ਟਾਈਮ ਸ਼ਾਂਤ ਨੇ। ਦੇ ਆਰ ਨਾਟ ਐਕਸਪੈਕਟਿੰਗ ਮਚ ਜੰਪ ਟਿਲ ਸਪ੍ਰਿੰਗ 2026। ਸੋ ਹਲੇ 5-6 ਅਰਾਊਂਡ 4-5 ਮਹੀਨੇ ਪਏ ਆ, ਉਸ ਤੋਂ ਬਾਅਦ ਕਿਤੇ ਜਾ ਕੇ ਜ਼ਿਆਦਾ ਇਨਵੈਸਟਮੈਂਟ ਰੀਅਲ estate ਦੀ ਮਾਰਕੀਟ ਦੇ ਵਿੱਚ ਚੇਂਜਸ ਵੱਡੇ ਅਸੀਂ ਐਕਸਪੈਕਟ ਕਰ ਸਕਦੇ ਹਾਂ। ਐਂਡ ਜੇ ਰੀਅਲ estate ਦੀ ਮਾਰਕੀਟ ਉੱਠਦੀ ਹੈ, ਪਿਕ ਹੁੰਦੀ ਹੈ, ਤਾਂ ਡੈਫੀਨੇਟਲੀ ਬਾਕੀ ਦੀ ਸਾਰੀ ਇਕੋਨਮੀ ਨੂੰ ਵੀ ਇਹਦਾ ਵਧੀਆ ਇੰਪੈਕਟ ਪੈ ਸਕਦਾ ਹੈ।